देख रहे हो तुसी मैं हाँ तुहाडे नाल श्वेता। मुद्दे दी गल विच अज गल करांगे पंजाब विच चिट्टे दे मगर दे काले सच दी अते किवें पंजाब दे विच चिट्टे नूं खत्म करन लई हुण लोक लहर खड़ी होनी शुरू हो गई है। इस अहम मामले ते चर्चा करन लई साडे नाल अज स्टूडियो विच पहुंचे ने सीनियर पत्रकार राकेश शांतिदूत जी। सर स्वागत है। बहुत मेहरबानी, थैंक यू सर। अज गल चिट्टे दी करन जा रहे हैं। ਇਹ ਉਹ ਚਿੱਟਾ ਹੈ ਜਿਸਨੇ ਪੰਜਾਬ ਦੀ ਜਵਾਨੀ ਨੂੰ ਤਾਂ ਖਾਦਾ ਹੀ ਹੈ ਪਰ ਪੰਜਾਬ ਅਤੇ ਪੰਜਾਬੀਅਤ ਨੂੰ ਵੀ ਬਦਨਾਮ ਕੀਤਾ ਹੈ। ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲੇ ਸ਼ਬਦਾਂ ਵਿੱਚ? ਦੇਖੋ, ਜਦੋਂ ਅਸੀਂ ਚਿੱਟੇ ਦੀ ਗੱਲ ਕਰਦੇ ਹਾਂ ਤੇ ਆਮ ਤੌਰ ਤੇ ਜਿਹੜਾ ਚਿੱਟਾ ਸ਼ਬਦ ਹੈ, ਸਫੇਦ ਜਿਹੜਾ ਹੈ, ਇਹ ਸ਼ਾਂਤੀ ਦਾ ਰੰਗ ਹੈ। ਪਰ ਜਦੋਂ ਅਸੀਂ ਚਿੱਟੇ ਨੂੰ ਜਿਸ ਸੰਦਰਭ 'ਚ ਆਪਾਂ ਇਸ ਪ੍ਰੋਗਰਾਮ 'ਚ ਡਿਸਕਸ ਕਰਨ ਜਾ ਰਹੇ ਹਾਂ ਉਹਦੇ ਅੱਗੇ ਕਾਲਾ ਹੀ ਕਾਲਾ, ਸਾਰਾ ਹਨੇਰਾ ਹੀ ਹਨੇਰਾ ਹੈ। ਉਸ ਕਾਲੇ ਨੂੰ ਮੇਰੀ ਮੁਰਾਦ ਹੈ ਕਿ ਜਿਹੜਾ ਨਸ਼ੇ ਦੇ ਜਿਹੜਾ ਅੱਜ ਸਾਡੇ ਇੱਥੇ ਸਿੰਥੈਟਿਕ ਨਸ਼ਾ ਪੰਜਾਬ 'ਚ ਵਿਕ ਰਿਹਾ ਉਹਦੀ ਅਸੀਂ ਗੱਲ ਕਰਦੇ ਹਾਂ, ਉਹਨੂੰ ਚਿੱਟਾ ਕਹਿ ਕੇ ਉਹ ਪਾਪੂਲਰਲੀ ਲੋਕ ਉਹਨੂੰ ਚਿੱਟਾ ਕਹਿਣ ਲੱਗ ਪਏ। ਸੋ ਇਸ ਚਿੱਟੇ ਨੇ ਸਾਡੇ ਪੰਜਾਬ ਦੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਵਾਨੀ ਖਾ ਲਈ, ਜਵਾਨੀ ਨਹੀਂ, ਹੁਣ ਜਿਹੜੀ ਕਿਸ਼ੋਰਾਵਸਥਾ ਹੁੰਦੀ ਨਾ, ਜਵਾਨੀ ਤੋਂ ਪਹਿਲਾਂ ਜਿਹੜੀ ਟੀਨ ਏਜ ਜਿਹਨੂੰ ਕਹਿੰਦੇ, ਉਹ ਵੀ ਖਾਣ ਲੱਗ ਪਿਆ। 13 ਸਾਲਾਂ ਦੇ 12 ਸਾਲਾਂ ਦੇ ਬੱਚੇ ਜਿਹੜੇ ਆ ਉਹ ਨਸ਼ਾ ਕਰਨ ਲੱਗ ਪਏ ਆ। ਹਾਲੇ ਕਿ ਨਸ਼ੇ ਦੀ ਜਿਹੜੀ, ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਨਸ਼ਾ ਜਿਹਨੂੰ ਐਡਿਕਸ਼ਨ ਬੇਸਿਕਲੀ ਜਿਹਨੂੰ ਕਹਿੰਦੇ, ਜਿਹੜੀ ਚੀਜ਼ ਦੀ ਆਦਤ ਪੈ ਜਾਂਦੀ ਹੈ ਉਹ ਕਿਸੇ ਵੀ ਕਿਸਮ ਦੀ ਬੁਰੀ ਹੁੰਦੀ ਹੈ। ਉਹ ਜੂਏ ਦੀ ਲੱਤ ਹੋਵੇ, ਉਹ ਸ਼ਰਾਬ ਪੀਣ ਦੀ ਲੱਤ ਹੋਵੇ। ਅੱਜ ਪਰ ਉਹ ਨਸ਼ਾ ਜਿਹੜਾ ਜਾਨਲੇਵਾ ਹੋ ਬੈਠਾ। ਅੱਗੇ ਹੁੰਦਾ ਸੀ ਆਰਥਿਕ ਤੌਰ 'ਤੇ ਬੰਦੇ ਨੂੰ ਕਮਜ਼ੋਰ ਕਰਦਾ ਸੀ, ਹੁਣ ਆਰਥਿਕ ਤੌਰ 'ਤੇ ਕਰਨ ਨਾਲ ਸਾਡੇ ਸਮਾਜ ਨੂੰ ਵਿਗਾੜ ਰਿਹਾ, ਸਾਡੀ ਸਿਹਤ ਨੂੰ ਵਿਗਾੜ ਰਿਹਾ। ਸਾਡੇ ਬੱਚੇ ਮਰ ਰਹੇ ਨੇ, 14 ਸਾਲ ਦੇ ਬੱਚੇ ਸਾਡੇ ਮਰ ਰਹੇ ਨੇ ਇੱਥੇ। ਇਹਦੀ ਬੜੀ ਵੱਡੀ ਜਿਹੜੀ ਹੈ ਉਹ ਗਿਣਤੀ ਜਿਹੜੀ ਹੈ ਸਾਡੇ ਸਾਹਮਣੇ ਆ ਰਹੀ ਹੈ। ਔਰ ਇਹ ਚਿੰਤਾ ਜਿਹੜੀ ਹੈ ਇਸ ਵੇਲੇ ਦੇਸ਼ ਦੇ ਵਿੱਚ ਜੇ ਗਿਣੀ ਜਾਵੇ ਤਾਂ ਸਭ ਤੋਂ ਵੱਡੀ ਚਿੰਤਾ ਹਲੇ ਪਹਿਲਾਂ ਪੰਜਾਬ 'ਤੇ ਫੋਕਸ ਸੀ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2014 ਦੀਆਂ ਚੋਣਾਂ ਹੋ ਰਹੀਆਂ ਸੀ ਲੋਕ ਸਭਾ ਦੀਆਂ, ਤਾਂ ਉਦੋਂ ਜਿਹੜੇ ਕਾਂਗਰਸ ਦੇ ਲੀਡਰ ਨੇ ਰਾਹੁਲ ਗਾਂਧੀ, ਉਹ ਜਲੰਧਰ 'ਚ ਆਏ ਤੇ ਇੱਕ ਜਨ ਸਭਾ 'ਚ ਉਹਨਾਂ ਨੇ ਬੋਲਦਿਆਂ ਕਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਉਹ 70% ਜਿਹੜੇ ਨਾਗਰਿਕ ਹੈ ਉਹ ਨਸ਼ੇ ਦੇ ਆਦੀ ਹੋ ਚੁੱਕੇ, ਨਸ਼ੇੜੀ ਹੋ ਚੁੱਕੇ, ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਸੀ। ਅਤੇ ਉਦੋਂ ਜਦੋਂ ਇੱਥੇ ਦੀ ਸਟੇਟ ਗੌਰਮੈਂਟ ਸੀ ਜਿਹੜੀ ਉਸ ਵੇਲੇ ਦੀ, ਜਿਹੜੇ ਲੋਕ ਜਿਹੜੇ ਉਸ ਦਲ ਸੱਤਾਰੂੜ ਸੀ, ਉਹਨਾਂ ਨੇ ਤਾਂ ਬੜਾ ਰੌਲਾ ਪਾਇਆ ਵੀ ਪੰਜਾਬੀਆਂ ਨੂੰ ਬਦਨਾਮ ਕਰ ਦਿੱਤਾ, ਉਹ ਕਰ ਦਿੱਤਾ। ਫਿਰ ਉਹਨਾਂ ਹੀ ਲੋਕਾਂ ਨੇ ਜਿਹੜਾ ਹਾਈ ਕੋਰਟ 'ਚ ਐਫੀਡੇਵਿਟ ਦੇ ਕੇ ਜਿਹੜਾ ਇਸ ਗੱਲ ਨੂੰ ਮੰਨ ਵੀ ਲਿਆ ਔਰ ਬੜੇ ਵੱਡੇ ਪੈਮਾਨੇ 'ਤੇ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਨਸ਼ਾ ਰੋਕੂ, ਨਸ਼ਾ ਵਿਰੋਧੀ, ਨਸ਼ਾ ਜਿਹੜੀ ਐਡਿਕਸ਼ਨ ਛੁਡਾਉਣ ਵਾਲੇ ਸੈਂਟਰ ਇਸ ਵੱਡੀ ਤਾਦਾਦ ਦੇ ਵਿੱਚ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਕਿ ਜਿਵੇਂ ਨਸ਼ਾ ਸਥਾਈ ਹੀ ਹੋ ਜਾਣਾ। ਨਹੀਂ ਤਾਂ ਜਦੋਂ ਇਸ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਸਮਾਜਿਕ ਤੌਰ 'ਤੇ ਕਿੱਦਾਂ ਨਿਪਟਿਆ ਜਾਵੇ। ਸੋ ਨਸ਼ਾ ਜਿਹੜਾ ਹੈ, ਨੋ ਡਾਊਟ ਕਿ ਨਸ਼ਾ ਯੁਗਾਂਤਰਾਂ ਤੋਂ ਨਸ਼ੇ ਦਾ ਇਹ ਕੁਝ ਲੋਕ ਆਦੀ ਰਹੇ ਹੈ, ਪਰ ਸਮਾਜ ਉਹਨੂੰ ਕਿੱਦਾਂ ਬਦਲੇਗਾ, ਸਮਾਜ ਉਹਨੂੰ ਸੰਤੁਲਿਤ ਕਿੱਦਾਂ ਕਰੇਗਾ, ਇਹ ਕੋਸ਼ਿਸ਼ ਵੀ ਨਾਲ ਹੁੰਦੀ ਆਈ ਹੈ। ਪੰਜਾਬ ਵਿੱਚ ਜਦੋਂ ਵੀ ਚਿੱਟੇ ਦੀ ਗੱਲ ਹੁੰਦੀ ਹੈ ਤਾਂ ਸਰ ਚਿੱਟੇ ਨੇ ਸਰਕਾਰਾਂ ਖਤਮ ਕਰ ਦਿੱਤੀਆਂ, ਜਿਹੜੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਨੂੰ ਲਾ ਕੇ ਰੱਖ ਦਿੱਤਾ। ਕਿਉਂ ਨਹੀਂ ਕਾਬੂ ਹੋ ਰਿਹਾ ਫਿਰ ਵੀ ਇਹ ਚਿੱਟਾ? ਦੇਖੋ, ਚਿੱਟਾ ਹੋਏ ਜਾਂ ਕੋਈ ਵੀ ਹੋਰ ਬੁਰਾਈ ਨੂੰ ਖਤਮ ਕਰਨਾ ਹੋਵੇ ਜਾਂ ਕਿਸੇ ਅੱਛਾਈ ਨੂੰ ਸਥਾਪਿਤ ਕਰਨਾ ਹੋਵੇ, ਸਾਡੇ ਮੁਲਕ ਦੇ ਇਤਿਹਾਸ 'ਚ ਬਹੁਤ ਸਾਰੀਆਂ ਐਸੀਆਂ ਕਥਾਵਾਂ ਨੇ, ਐਸੇ ਗ੍ਰੰਥ ਨੇ, ਐਸੀਆਂ ਵੱਡੀਆਂ ਘਟਨਾਵਾਂ ਨੇ ਜਿਹੜੀਆਂ ਚੰਗੀਆਂ ਸਥਾਪਿਤ ਕਰਨ ਲਈ ਵੀ ਹੋਈਆਂ ਅਤੇ ਮਾੜੀਆਂ ਖਤਮ ਕਰਨ ਲਈ ਵੀ ਹੋਈਆਂ। ਤੁਸੀਂ ਸਵਾਲ ਕੀਤਾ ਵੀ ਇਹ ਖਤਮ ਕਿਉਂ ਨਹੀਂ ਹੋ ਰਿਹਾ, ਸਰਕਾਰਾਂ ਲੱਥਵੀਆਂ। ਹੁਣ ਸਾਡੇ ਇਹ ਤਾਂ ਹੈ ਕਿ ਅਸੀਂ ਜਿਹੜੇ ਵੀ ਲੋਕ ਜਿਸ ਵਿਸ਼ੇ ਦੇ ਉੱਤੇ ਜਦੋਂ ਸਾਨੂੰ ਲੱਗਦਾ ਕਿ ਇਹ ਸਰਕਾਰ ਨਹੀਂ ਸੰਭਾਲ ਪਾਈ ਅਤੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਯਕਮੁਸ਼ਤ ਸਰਕਾਰ ਪਲਟ ਦਿੰਦੇ ਹਾਂ। ਜਦੋਂ ਮੈਂ ਜ਼ਿਕਰ ਕੀਤਾ ਕਿ ਉਹ ਪਹਿਲਾਂ ਰਾਹੁਲ ਗਾਂਧੀ ਜਿਸ ਵੇਲੇ ਆਏ, ਉਸ ਵੇਲੇ ਉਹਨਾਂ ਦੀ ਸਟੇਟਮੈਂਟ ਦੇ ਬਾਵਜੂਦ ਜਿਹੜੀ 2014 ਤੋਂ ਦੇ ਵੇਲੇ ਤੱਕ ਉਦੋਂ ਦੀ ਜਿਹੜੀ ਕੇਂਦਰ 'ਚ ਸਰਕਾਰ ਸੀ ਉਹ ਸਰਕਾਰ ਹਾਰ ਗਈ ਕਾਂਗਰਸ ਦੀ। ਔਰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸੀ ਉਸ ਵੇਲੇ ਜਿਹੜੀ ਕਹਿੰਦੀ ਸੀ ਕਿ ਇੱਦਾਂ ਦੇ ਕਹਿ ਕੇ ਬਦਨਾਮ ਕਰ ਗਏ ਆ, ਉਹ ਵੀ ਅਗਲੇ 10 ਸਾਲਾਂ ਬਾਅਦ ਉਹ ਵੀ ਹਾਰ ਗਈ, ਉਹ ਵੀ ਨਸ਼ੇ 'ਤੇ ਕੰਟਰੋਲ, ਉਹਨਾਂ ਦੇ ਵੀ ਇਹੀ ਐਲੀਗੇਸ਼ਨ ਲੱਗੇ। ਔਰ ਅੱਜ ਜਿਹੜੀ ਪ੍ਰੈਜ਼ੈਂਟ ਸਰਕਾਰ ਆਈ ਹੈ ਉਹ ਬਾਰ-ਬਾਰ ਕਹਿ ਰਹੀ, ਉਹਨੂੰ ਵੀ ਚਿੰਤਾ ਬਹੁਤ ਹੈ ਕਿ ਨਸ਼ੇ ਦੀ ਗੱਲ ਕਰਦੀ ਹੈ ਕਿ ਨਸ਼ੇ ਨੂੰ ਆ ਹੋ ਰਿਹਾ, ਨਸ਼ੇ ਨੂੰ ਆ ਹੋ ਰਿਹਾ, ਪਰ ਨਸ਼ਾ ਨਿਰੰਤਰ ਵਿਕਦਾ ਜਾ ਰਿਹਾ। ਔਰ ਨਸ਼ੇ ਦੇ ਬਾਰੇ ਜਿੱਦਾਂ ਤੁਸੀਂ ਕਿਉਂ ਵਾਲਾ ਜਿਹੜਾ ਸਵਾਲ ਕੀਤਾ ਕਿ ਜਦੋਂ ਅਸੀਂ ਜਿਹੜੇ ਜ਼ਿੰਮੇਵਾਰ ਲੋਕ ਹੈ ਉਹ ਟੈਲੀਵਿਜ਼ਨ 'ਤੇ ਬੋਲ ਕੇ ਕਹਿਣਗੇ ਨਸ਼ੇ ਨੂੰ ਖਤਮ ਕਰਨ ਦਾ ਸੰਕਲਪ ਲੈ ਲਿਆ, ਉਹ ਅਖਬਾਰਾਂ ਦੇ ਵਿੱਚ ਆਪਣੇ ਬੜੀਆਂ ਮੂਰਤਾਂ ਚਿੱਤਰ ਆਪਣੇ ਦੇ ਕੇ ਕਹਿਣਗੇ ਕਿ ਅਸੀਂ ਨਸ਼ਾ ਜੜ੍ਹ ਤੋਂ ਪੱਟ ਦਿਆਂਗੇ, ਪਰ ਪੈਰਲਰ ਹੀ ਉਸੇ ਸਮਾਂ ਸੁਰਖੀਆਂ ਦੇ ਵਿੱਚ ਨਸ਼ਾ ਵਿਕਣ ਦੀਆਂ ਵੀ ਖਬਰਾਂ ਆ ਰਹੀਆਂ। ਔਰ ਜਦੋਂ ਅਸੀਂ ਦੇਖਦੇ ਹਾਂ ਹੁਣ ਦੇਖੋ ਨਾ, ਪਿੱਛੇ ਕੇਂਦਰ ਦੀ ਸਰਕਾਰ ਨੇ ਸਾਡੀ ਨੇ ਕਿਹਾ ਸੀ ਕਿ ਅਸੀਂ BSF ਜਿਹੜੀ ਹੈ ਉਹਦਾ ਦਾਇਰਾ ਵਧਾ ਦਿੱਤਾ ਸੀ ਬਾਰਡਰ ਤੋਂ ਸ਼ਹਿਰਾਂ ਵੱਲ ਨੂੰ, ਕਿ ਇਸ ਚੀਜ਼ ਦੇ ਮੱਦੇਨਜ਼ਰ ਇਹਦੇ ਵੀ ਸੁਰੱਖਿਆ ਔਰ ਨਸ਼ਾ ਵੀ ਇੱਕ ਵੱਡਾ ਇਸ਼ੂ ਸੀ। ਔਰ ਬੜੇ ਪੈਮਾਨੇ 'ਤੇ BSF ਨਸ਼ਾ ਫੜ ਵੀ ਰਹੀ ਹੈ, ਪਰ ਉਹਦੇ ਬਾਵਜੂਦ ਜਿਹੜਾ ਤੰਤਰ ਆ, ਹੁਣ ਕੱਲ੍ਹ ਹੀ ਜਿਹੜਾ ਤੁਸੀਂ ਦੇਖੋ ਕਿ ਫਿਰੋਜ਼ਪੁਰ ਔਰ ਫਾਜ਼ਿਲਕਾ ਜ਼ਿਲ੍ਹੇ 'ਚ ਅਰਬਾਂ ਰੁਪਇਆਂ ਦੀ ਜਿਹੜੀ ਹੈ ਉਹ ਨਸ਼ਾ ਫੜਿਆ।
ਸੋ ਜਿਹੜੀ ਖਤਮ ਕਰਨ ਵਾਲੀ ਗੱਲ ਹੈ ਉਹ ਹੈ ਕਿ ਬੇਸਿਕਲੀ ਜਿਹੜਾ ਜਿੰਨੀ ਦੇਰ ਤੁਹਾਡਾ ਸੰਕਲਪ ਜਿਹੜਾ ਹੈਗਾ, ਜਿੰਨੀ ਦੇਰ ਤੁਹਾਡੀ ਇੱਛਾ ਸ਼ਕਤੀ ਜਿਹੜੀ ਹੈਗੀ ਹੈ ਉਹ ਜ਼ਮੀਨ ਤੇ ਆ ਕੇ ਇੰਪਲੀਮੈਂਟ ਨਹੀਂ ਹੁੰਦੀ, ਉਹਨੂੰ ਪ੍ਰਾਇੋਰਟੀਜ਼ 'ਚ ਨਹੀਂ ਰੱਖਿਆ ਜਾਂਦਾ ਕਿ ਹਾਂ ਸਭ ਤੋਂ ਪਹਿਲਾਂ ਇਹ ਕੰਮ ਹੈ। ਔਰ ਹੁਣ ਸਾਡੇ ਕੀ ਹੋਇਆ ਕਿ ਸਾਡੇ ਅਗਰ ਇਸ ਗੱਲ ਨਾਲ ਤੁਰਿਆ ਵੀ ਗਿਆ ਕਿ ਜਿਹੜਾ ਨਸ਼ਾ ਪੀਂਦਾ ਫੜਿਆ ਗਿਆ 1 ਗ੍ਰਾਮ, ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਔਰ ਉਹਦੇ 'ਚ ਅੰਕੜੇ ਬਣਨੇ ਸ਼ੁਰੂ ਹੋ ਗਏ। ਪੁਲਿਸ ਨੇ ਦੱਸਿਆ ਜੀ ਅਸੀਂ ਇੰਨੇ ਕੇਸ ਕਰ ਦਿੱਤੇ। ਪੀਣ ਵਾਲਿਆਂ ਦੇ ਉੱਤੇ ਕੇਸ ਦਰਜ ਹੁੰਦੇ ਗਏ, ਜਿਹੜੇ ਉਸ ਟ੍ਰੇਡ 'ਚ ਜੁੜੇ ਹੈ ਉਹਨਾਂ ਦੇ ਉੱਪਰ ਕੀ ਸਥਿਤੀ ਹੈ ਕੋਈ ਬਹੁਤੀ ਵੱਡੀ ਸਾਹਮਣੇ ਨਹੀਂ ਆਈ। ਔਰ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆ, ਸਪਸ਼ਟ ਕਹਿਣ ਵਾਲੇ ਕਿ ਕਈ ਵਾਰੀ ਸਾਡੀਆਂ ਜੇਲ੍ਹਾਂ 'ਚ ਛਾਪੇ ਪਏ ਉਹ ਤੇ ਫੜੇ ਗਏ। ਔਰ ਜਿਹੜਾ ਵੀ ਕ੍ਰਾਈਮ ਹੁੰਦਾ ਹੈ, ਜਿਸ ਕਿਸਮ ਦਾ ਵੀ ਉਹ ਹੀਨੀਅਸ ਹੋਵੇ, ਮਾੜਾ ਛੋਟਾ ਕ੍ਰਾਈਮ ਹੋਵੇ, ਉਹ ਜਿੰਨੀ ਦੇਰ ਉਹਨੂੰ ਸੱਤਾ ਦਾ ਸੰਰਕਸ਼ਣ, ਸਰਕਾਰ ਦਾ ਸੰਰਕਸ਼ਣ, ਜਿਹੜੀ ਪ੍ਰਸ਼ਾਸਨ ਦਾ ਸੰਰਕਸ਼ਣ ਨਹੀਂ ਹੁੰਦਾ, ਉਨੀ ਦੇਰ ਉਹ ਵੱਧ ਨਹੀਂ ਸਕਦਾ। ਕਿਉਂਕਿ ਜਿਹੜਾ ਸਰਕਾਰ ਹੁੰਦੀ ਹੈ, ਜਿਹੜੀ ਵਰਦੀ ਹੁੰਦੀ ਹੈ, ਉਹਦਾ ਇੱਕ ਬੜਾ ਵੱਡਾ ਭੈ ਹੁੰਦਾ ਜਿਹਦੀ ਵਜ੍ਹਾ ਦੇ ਨਾਲ ਹੁਣ ਜਗ੍ਹਾ ਜਗ੍ਹਾ ਤਾਂ ਪੁਲਿਸ ਖੜੀ ਨਹੀਂ ਹੁੰਦੀ, ਪਰ ਪੁਲਿਸ ਦਾ ਇੱਕ ਭੈ ਹੁੰਦਾ ਕਿ ਇਹ ਕੰਮ ਕਰਾਂਗੇ ਤੇ ਨਹੀਂ। ਅੱਜ ਵੀ ਸਾਡੇ ਦੇਸ਼ 'ਚ ਬਹੁਤ ਸਾਰੇ ਐਸੇ ਕਾਨੂੰਨ ਨੇ ਜਿਹੜੇ ਕਹਿੰਦੇ ਨੇ ਕਿ ਅਗਰ ਤੁਸੀਂ ਆਹ ਕੰਮ ਕਰੋਗੇ ਤਾਂ ਸਜ਼ਾ ਬਹੁਤ ਸਖਤ ਹੈ, ਤੇ ਲੋਕ ਨਹੀਂ ਕਰਦੇ। ਪਰ ਗੱਲ ਇਹ ਹੈ ਕਿ ਜਿੰਨੀ ਦੇਰ ਉਹ ਪੈਟਰਨਾਈਜੇਸ਼ਨ ਖਤਮ ਨਹੀਂ ਹੁੰਦੀ ਔਰ ਉਹਨੂੰ ਖਤਮ ਕਰਨ ਦਾ ਜਿਹੜਾ ਸੰਕਲਪ ਆਪਣੇ ਘਰੋਂ ਸ਼ੁਰੂ ਨਹੀਂ ਹੁੰਦਾ, ਜਿਹੜੇ ਅਗਰ ਅੱਜ ਸਰਕਾਰ ਕਹੇ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਪੋਲੀਟੀਸ਼ੀਅਨ ਅਗਰ ਸੰਰਕਸ਼ਣ ਦਿੰਦਾ ਨਜ਼ਰ ਆਇਆ ਜਾਂ ਜਿਸ ਵੀ ਪੁਲਿਸ ਥਾਣੇ ਦੇ ਦਾਇਰੇ 'ਚ ਇਹ ਘਟਨਾਕ੍ਰਮ ਹੁੰਦਾ ਹੈ, ਵਿੱਚ ਦਾ ਜਿਹੜਾ ਨਸ਼ਾ ਵਿਕਦਾ ਫੜਿਆ ਗਿਆ, ਤਾਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿੱਤੇ ਜਾਣਗੇ, ਉਹਨਾਂ ਦੀਆਂ ਨੌਕਰੀਆਂ ਜਾ ਸਕਦੀਆਂ, ਤਾਂ ਫਿਰ ਸ਼ਾਇਦ ਇਹ ਸੰਕਲਪ ਉਹਨਾਂ ਦਾ ਸਪਸ਼ਟ ਹੋਏਗਾ। ਸੋ ਇਹ ਹੋਇਆ ਨਹੀਂ ਹਾਲੇ ਤੱਕ, ਗੱਲਾਂ ਜ਼ਰੂਰ ਹੋਈਆਂ ਪਰ ਸੰਕਲਪ ਤੇ ਇੱਛਾ ਸ਼ਕਤੀ ਜ਼ਮੀਨ ਤੇ ਨਹੀਂ ਆਈ। ਸਰ, ਇੱਕ ਅਹਿਮ ਉਪਰਾਲਾ ਮਾਲਵੇ ਤੋਂ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ ਨਾ, ਤਾਂ ਜਿੱਥੇ ਚਿੱਟੇ ਦੇ ਖਿਲਾਫ ਪਿੰਡਾਂ ਵਿੱਚ ਲੋਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ, ਕੀ ਇਸ ਨਾਲ ਕੀ ਫਾਇਦਾ ਹੋਏਗਾ ਪੰਜਾਬ ਨੂੰ? ਦੇਖੋ ਸ਼ਵੇਤਾ, ਹੁਣੇ ਮੈਂ ਗੱਲ ਕੀਤੀ ਤੁਹਾਨੂੰ ਕਿ ਸਮੇਂ ਦੇ ਉੱਤੇ ਮੈਂ ਤਾਂ ਤੁਹਾਨੂੰ ਪੁਰਾਤਨ ਹਿਸਟਰੀ ਦੀ ਆਪਣੀ ਦੱਸੀ ਹੈ। ਈਵਨ ਮੈਂ ਤਾਂ ਤੁਹਾਨੂੰ ਉਹ ਕਾਲ ਦੱਸੇ ਜਿਹੜੇ ਗ੍ਰੰਥਾਂ ਦੇ ਜਰੀਏ ਆਉਂਦੇ। ਤੁਸੀਂ ਦੇਖੋ ਨਾ, ਦ੍ਰੌਪਦੀ ਦੇ ਜਿਹੜੇ ਆ ਚੀਰ ਹਰਨ ਹੋਇਆ, ਉਹ ਜੂਏ ਨਾਲ ਜੁੜੀ ਚੀਜ਼ ਸੀ। ਇਹਦਾ ਮਤਲਬ ਉਦੋਂ ਜਿਹੜੇ ਰਾਜਪਾਟ ਦੇ ਵਿੱਚ ਵੀ ਜਿਹੜੇ ਲੋਕ ਸੀ, ਰਾਜ ਪਰਿਵਾਰਾਂ ਦੇ, ਰਾਜ ਦਰਬਾਰਾਂ ਦੇ ਲੋਕ ਸੀ, ਉਹਨਾਂ ਨੂੰ ਵੀ ਜੂਆ ਖੇਡਣ ਦੀ ਐਡੀ ਲੱਤ ਸੀ, ਜੂਆ ਖੇਡਣ ਦਾ ਐਸਾ ਨਸ਼ਾ ਸੀ ਕਿ ਉਹਨਾਂ ਨੇ ਆਪਣੀਆਂ ਪਤਨੀਆਂ ਤੱਕ ਦਾਅ ਦਿਲਾਤੀਆਂ। ਤਾਂ ਆਮ ਸਮਾਜ ਦੀ ਉਸ ਵੇਲੇ ਕੀ ਸਥਿਤੀ ਹੋਏਗੀ? ਸੋ ਇਸੇ ਤਰ੍ਹਾਂ ਜਿਹੜਾ ਤੁਸੀਂ ਕਿਹਾ ਵੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਸਮਾਜ ਜਿਹੜਾ ਅਲਟੀਮੇਟਲੀ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ, ਜਦੋਂ ਵਿਵਸਥਾ ਫੇਲ ਹੁੰਦੀ, ਤਾਂ ਫਿਰ ਸਮਾਜ ਮੈਦਾਨ 'ਚ ਆਉਂਦਾ, ਸਮਾਜ ਖਤਮ ਕਰਦਾ। ਇਹ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਕਿ ਸਮਾਜ ਨਿੱਤਰ ਰਿਹਾ, ਤਾਂ ਸਮਾਜ ਨੇ ਅਲਟੀਮੇਟਲੀ ਨਿੱਤਰਨਾ, ਕਿਉਂਕਿ ਜਦੋਂ ਸਰਕਾਰਾਂ ਫੇਲ ਹੈ, ਜਦੋਂ ਸਮਾਜ 'ਚ ਮੇਰੇ ਤੁਹਾਡੇ ਪਰਿਵਾਰ 'ਚ ਮੇਰੇ ਰਿਸ਼ਤੇਦਾਰਾਂ ਦੇ ਸਾਡੇ ਭਰਾ ਭੈਣ ਜਿਹੜੇ ਹੈ, ਜਦੋਂ ਇਸ ਕੁਰੀਤੀ ਦਾ ਇਸ ਸਖਤ ਜਿਹੜਾ ਇਸ ਵੇਲੇ ਸਾਡੇ ਕਾਲ ਬਣ ਕੇ ਸਾਡੇ ਉੱਤੇ ਆ ਰਿਹਾ, ਇਹਦੇ ਪੀੜਿਤ ਹੋਣਗੇ, ਸਾਡੇ ਘਰਾਂ 'ਚ ਨਿੱਕੇ ਬੱਚੇ ਮਰ ਰਹੇ ਹੋਣਗੇ, ਨਸ਼ੇ ਨਾਲ ਤੜਫ ਰਹੇ ਹੋਣਗੇ, ਚੋਰੀ ਚਕਾਰੀ ਉਹਦੇ ਨਾਲ ਜੁੜੀ ਚੀਜ਼ਾਂ ਹੋਰ ਵੱਧ ਰਹੇ ਹੋਣਗੇ, ਐਕਸੀਡੈਂਟ ਵੱਧ ਰਹੇ ਹੋਣਗੇ, ਤਾਂ ਫਿਰ ਨਿਸ਼ਚਿਤ ਤੌਰ ਤੇ ਅਲਟੀਮੇਟਲੀ ਤਾਂ ਸਮਾਜ ਨੇ ਕਮਾਨ ਸੰਭਾਲਣੀ ਨਾ। ਔਰ ਇਹ ਪਹਿਲ ਜਿਹੜੀ ਹੈ, ਦੇਖੋ ਸਭ ਤੋਂ ਜ਼ਿਆਦਾ ਨਸ਼ੇ ਦੀ ਜਿਹੜੀ ਗੱਲ ਕਰਦੇ ਹੁੰਦੇ ਸੀ ਕਿ ਮਾਲਵੇ ਦੇ ਵਿੱਚ ਬਹੁਤ ਨਸ਼ਾ ਚੱਲਦਾ, ਔਰ ਅੱਜ ਇਹ ਪਹਿਲ ਵੀ ਉੱਥੋਂ ਹੀ ਹੋਈ ਹੈ। ਬਠਿੰਡੇ ਦੇ ਵਿੱਚ, ਮੋਗੇ ਦੇ ਵਿੱਚ, ਤੁਹਾਡੇ ਫਿਰ ਮਾਨਸਾ ਜ਼ਿਲ੍ਹਾ ਦੇ ਵਿੱਚ, ਬਰਨਾਲਾ ਜ਼ਿਲ੍ਹਾ ਦੇ ਪਿੰਡਾਂ ਨੇ ਅੱਗੇ ਆ ਕੇ ਕਿਹਾ ਕਿ ਹੁਣ ਜਿਹੜਾ ਅਸੀਂ ਕਿਸੇ ਵੀ ਨਸ਼ਾ ਤਸਕਰ ਦਾ ਜਿਹੜਾ ਹੈਗਾ ਉਹਦਾ ਉਹ ਰਸਤਾ ਰੋਕਣਗੇ। ਉਹਨਾਂ ਨੇ ਕਿਹਾ ਅਸੀਂ ਨਾਕੇ ਲਾ ਦਿੱਤੇ ਉੱਥੇ। ਔਰ ਬੜੀ ਵੱਡੀ ਗੱਲ ਇਹ ਹੈ ਕਿ ਤੁਸੀਂ ਦੇਖੋ ਕਿ ਬਹੁਤ ਸਾਲ ਪਹਿਲਾਂ ਜਦੋਂ ਇਹ ਸਰਕਾਰ 2014 ਵਾਲੀ ਜਿਹੜੀ ਸੈਂਟਰ 'ਚ ਜਦੋਂ ਬਦਲੀ ਹੈ, ਉਹਦੇ ਐਂਡ ਤੱਕ ਉਸ 2014 ਔਰ 2019 ਦਾ ਜਿਹੜਾ ਸਪੈਲ ਸੀ ਇਹਨਾਂ ਦਾ, ਉਹਦੇ ਵਿੱਚ ਲਾਸਟ ਦਿਨਾਂ ਦੇ ਵਿੱਚ ਇੱਥੋਂ ਤੱਕ ਸੀ ਕਿ ਨਸ਼ਾ ਪੰਜਾਬ 'ਚ ਬਹੁਤ ਵਧ ਗਿਆ ਸੀ। ਔਰ ਉਸ ਵੇਲੇ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਇੱਕ ਰੈਲੀ ਡਿਕਲੇਅਰ ਕੀਤੀ ਸੀ ਕਿ ਉਹ ਅੰਮ੍ਰਿਤਸਰ ਤੋਂ ਜਿਹੜਾ ਉਹ ਨਸ਼ਾ ਵਿਰੋਧੀ ਇੱਕ ਰੈਲੀ ਜਿਹੜੀ ਹੈ ਭਾਜਪਾ ਜਿਹੜੀ ਸੱਤਾਰੂੜ ਪਾਰਟੀ ਅੱਜ ਵੀ ਹੈਗੀ ਹੈ, ਉਹ ਸਾਰੇ ਪੰਜਾਬ ਦੇ ਵਿੱਚ ਕੱਢੇਗੀ। ਪਰ ਉਹ ਨਾ ਜਾਣੇ ਕਿਸ ਕਾਰਨਾਂ ਕਰਕੇ ਰਹਿ ਗਈ, ਇੱਕ ਵਾਰੀ ਫੇਰ ਹੋਈ, ਉਹ ਫੇਰ ਰਹਿ ਗਈ। ਔਰ ਅੱਜ ਜਿਹੜਾ ਫਿਰ ਅਲਟੀਮੇਟਲੀ ਸਮਾਜ ਆ ਗਿਆ, ਜਾਗ ਪਿਆ ਸਮਾਜ। ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਫਿਰ ਸਮਾਜ ਜਾਗਦਾ ਹੈ। ਔਰ ਸਮਾਜ ਨੇ ਜਿਹੜਾ ਇਹ ਕੰਮ ਕੀਤਾ, ਇਹਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ। ਔਰ ਸਮਾਜ ਦੇ ਸਾਰੇ ਹਿੱਸਿਆਂ ਨੂੰ, ਸਾਰੇ ਵਰਗਾਂ ਨੂੰ ਜਿਹੜਾ ਜਾਤੀਆਂ, ਧਰਮਾਂ, ਖੇਤਰਾਂ, ਪੋਲੀਟੀਕਲ ਸੋਚ ਤੋਂ ਉੱਠ ਕੇ ਜਿਹੜਾ ਇਕੱਠੇ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜਾ ਹਮਲਾ ਚਿੱਟੇ ਦਾ, ਉਹ ਨਸ਼ੇ ਦਾ ਜਿਹੜਾ ਖਤਰਨਾਕ ਹਮਲਾ ਹੈ, ਉਹ ਸਾਡੇ ਸਮਾਜ ਦੇ ਉੱਤੇ ਹੈ। ਪਰ ਮੈਂ ਤੋਂ ਵੀ ਅੱਗੇ ਗੱਲ ਵਧਣੀ ਚਾਹੂੰਗਾ ਕਿ ਸਾਡੇ ਕੀ ਕਰਦੀ ਕਿ ਸਰਕਾਰ ਪੀਣ ਵਾਲੇ ਤੇ ਨਸ਼ਾ ਕਰਕੇ ਉਹਨੂੰ ਫੜ ਲੈਂਦੀ ਹੈ, ਅੰਦਰ ਦੇ ਦਿੰਦੀ ਹੈ, ਫਿਰ ਉਹ ਵਿਚਾਰਾ ਬਰੀ ਵੀ ਹੋ ਜਾਂਦਾ ਕਿ ਮੈਂ ਤਾਂ ਜੀ ਇੰਨਾ ਕੁ ਪੀਂਦਾ ਸੀ। ਵੇਚਣ ਵਾਲੇ ਜਿੱਥੋਂ ਆਉਂਦੇ, ਜਿਨ੍ਹਾਂ ਦੇ ਸੰਰਕਸ਼ਣ ਦੇ ਵਿੱਚ ਉਹ ਚੀਜ਼ਾਂ, ਜਿਨ੍ਹਾਂ ਦੀ ਪੈਟਰਨਾਈਜੇਸ਼ਨ ਦੇ ਵਿੱਚ ਉਹ ਟ੍ਰੇਡ ਵੱਧ ਰਿਹਾ, ਉਹਦੇ ਉੱਤੇ ਇੱਕ ਤਾਂ ਪਹਿਲੂ ਇਹ ਹੈ ਕਿ ਉਹਦੇ ਉੱਤੇ ਕਿਉਂ ਨਹੀਂ ਰੋਕ ਲੱਗਦੀ। ਦੂਸਰਾ ਇਹ ਹੈ ਕਿ ਜਿਹੜੇ ਸਰਲ ਅਵੇਲੇਬਲ ਨਸ਼ੇ ਅਗਰ ਸੀ ਵੀ, ਉਹਨਾਂ ਦੇ ਉੱਤੇ ਵੀ ਮਾਫੀਆਕਰਨ ਹੋ ਗਿਆ ਉਹਨਾਂ ਦਾ। ਉਹ ਇੰਨੇ ਮਹਿੰਗੇ ਕਰ ਦਿੱਤੇ ਗਏ ਮਾਫੀਆਕਰਨ ਦੇ ਜ਼ਰੀਏ, ਕਿਉਂਕਿ ਉਹਨਾਂ ਦਾ ਸਿਆਸੀ ਪ੍ਰਭਾਵ, ਸਿਆਸੀ ਦਬਾਅ, ਸਿਆਸਤ ਦੀ ਜ਼ਰੂਰਤ ਇੰਨੀ ਸੀ ਕਿ ਲੋਕਾਂ ਕੋਲ ਫਿਰ ਜਿਹੜੇ ਹੈ ਉਹ ਐਸੇ ਨਸ਼ੇ ਕਰਨੇ ਪੈ ਗਏ ਜਿਹੜੇ ਜਾਨਲੇਵਾ ਨੇ। ਕਿਉਂਕਿ ਜਿਹੜੇ ਅੱਜ ਜਦੋਂ ਸ਼ਰਾਬ ਦੀ ਗੱਲ ਕਰਦੇ, ਸ਼ਰਾਬ ਹੀ ਇੰਨੀ ਮਹਿੰਗੀ ਹੋ ਗਈ। ਔਰ ਦੇਖੋ ਕਈ ਚੀਜ਼ਾਂ ਐਸੀਆਂ ਸੀ ਜਿੱਦਾਂ ਭੰਗ ਹੁੰਦੀ ਸੀ, ਸਪੋਜ਼ ਕਰ ਲਓ, ਬਹੁਤ ਸਾਰੇ ਦੇਸ਼ਾਂ ਨੇ ਜਿਹੜਾ ਭੰਗ ਦੀ ਖੇਤੀ ਅਲਾਉਡ ਕਰਤੀ ਕਿ ਜਿਹੜਾ ਥੋੜਾ ਕੋਈ ਨਸ਼ਾ ਕਰਦਾ, ਖਤਰਨਾਕ ਨਸ਼ੇ ਵੱਲ ਜਿਹੜਾ ਨਹੀਂ ਜਾਂਦਾ। ਹੁਣ ਅਫੀਮ ਹੈ, ਅਫੀਮ ਕਈ ਸਾਰੀ ਮੈਡੀਸਨ 'ਚ ਪੈਂਦੀ ਹੈ।
ਪਰ ਸਾਡੇ ਜਿਹੜਾ ਅਫੀਮ ਨੂੰ ਲੈ ਕੇ ਵੀ ਇਦਾਂ ਦੀ ਕੰਟਰੋਲ ਜਿਹੜੇ ਹੈਗੇ ਔਰ ਉਹ ਕੰਟਰੋਲ ਹੋਣ ਕਰਕੇ ਜਿਹੜਾ ਜ਼ਰੂਰਤ ਨੂੰ ਜ਼ਿਆਦਾ ਕੰਟਰੋਲ ਜਿਹੜਾ ਉਹਦੇ ਕਰਕੇ ਉਹਦੀ ਤਸਕਰੀ ਵੱਧਦੀ ਹੈ। ਔਰ ਜਦੋਂ ਤਸਕਰੀ ਵੱਧਦੀ ਹੈ, ਸਮਗਲਿੰਗ ਹੁੰਦੀ ਹੈ, ਤੇ ਉਹ ਚੀਜ਼ ਮਹਿੰਗੀ ਹੁੰਦੀ ਹੈ। ਅੱਜ ਦੇਖੋ ਨਾ ਕਿ ਸ਼ਰਾਬ ਜਿਹੜਾ ਸਭ ਤੋਂ ਵੱਡਾ ਰੈਵਨਿਊ ਪੰਜਾਬ ਸਰਕਾਰ ਨੂੰ ਹੁੰਦਾ। ਸਰਕਾਰ ਨਸ਼ਾ ਬੰਦ ਕਰਨ ਦੀ ਗੱਲ ਕਰਦੀ ਹੈ, ਸ਼ਰਾਬ ਬੰਦ ਕਰ ਸਕਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਰੈਵਨਿਊ ਪੰਜਾਬ ਉੱਥੋਂ ਆ ਰਿਹਾ। ਪਰ ਉਹਦੇ ਨਾਲ ਕੀ ਹੋ ਰਿਹਾ ਕਿ ਉਹਦੇ ਬਾਵਜੂਦ ਜੇ ਸਟੇਟ ਗਵਰਨਮੈਂਟ ਨੂੰ ਪੰਜਾਬ ਦੀ ਗੱਲ ਕਰਦੇ ਆ, ਤੇ ਜਦੋਂ ਸ਼ਰਾਬ ਬਹੁਤ ਮਹਿੰਗੀ ਹੋ ਗਈ ਤਾਂ ਉਹ ਇਸ ਕਰਕੇ ਦੂਸਰੇ ਸਟੇਟਾਂ ਦੇ ਵਿੱਚੋਂ ਉਹੀ ਸ਼ਰਾਬ ਜਿਹੜੀ ਹੈ ਉਹ ਸਮਗਲ ਹੋ ਕੇ ਆ ਰਹੀ ਹੈ ਕਿ ਸਸਤੀ ਵੇਚਾਂਗੇ। ਇਸੇ ਤਰ੍ਹਾਂ ਜਿਹੜਾ ਇੱਕ ਚਿੱਟਾ ਵੀ ਜਿਹੜਾ ਹੈ, ਇਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਜਿਹੜਾ ਨਸ਼ਾ ਸਧਾਰਨ ਅਵੇਲੇਬਲ ਕਿਸੇ ਨੂੰ ਐਡਿਕਟ ਹੋ ਜਾਂਦਾ ਸੀ, ਜਿਹਦੇ ਤੋਂ ਬਚਾਅ ਦੇ ਸਾਧਨ ਵੀ ਸੀ, ਉਹਦੀ ਪਹੁੰਚ ਦਾ ਨਾ ਰਹਿਣ ਕਰਕੇ ਇੱਥੇ ਆ ਪਹੁੰਚਿਆ। ਕਿਉਂਕਿ ਨੋ ਡਾਊਟ ਕਿ ਜਦੋਂ ਅਸੀਂ ਗੱਲ ਕਰ ਰਹੇ ਜੀ ਉਹ ਇਹ ਵੀ ਕਰੋੜਾਂ ਰੁਪਏ ਦਾ ਨਸ਼ਾ ਜਿਹੜੀ ਜਦੋਂ ਗੱਲ ਕਰਦੇ ਅਰਬਾਂ 'ਚ ਫੜਿਆ ਗਿਆ, ਪਰ ਉਹਦੇ 'ਚ ਕੀ ਹੈ ਕਿ ਉਹ ਜਿਹੜਾ ਬੰਦਾ 200 ਰੁਪਏ ਦਾ ਵੀ ਇੰਨਾ ਕੁ ਖਰੀਦਦਾ, ਉਹਦੇ ਨਾਲ ਨਸ਼ੇ ਦਾ ਦਿਨ ਉਹਦੇ ਕਈ ਲੰਘ ਜਾਂਦੇ ਆ। ਤੇ ਜਿਹੜੀ ਉਹ 400 ਦੀ ਸ਼ਰਾਬ ਜਾਂ ਅੱਜ ਤਾਂ 1000 ਰੁਪਏ ਦੀ ਕਹਿੰਦੇ ਕਿ ਹੋ ਗਈ ਬੋਟਲ ਪੀਣ ਵਾਲੇ ਦੱਸਦੇ ਆ, ਤਾਂ ਉਹ ਜਿਹੜੀ 1000 ਰੁਪਏ ਵਾਲੀ ਜਿਹੜੀ ਬੋਟਲ ਹੈ ਉਹ ਵਿਚਾਰਾ ਸਵੇਰੇ ਉਹ ਲੈ ਹੀ ਨਹੀਂ ਸਕਦਾ ਕਿਉਂਕਿ ਉਹਦਾ ਨਸ਼ਾ ਤਾਂ 15 ਮਿੰਟਾਂ 'ਚ ਉਤਰ ਜਾਣਾ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਨਸ਼ੇ ਦੇ ਨਾਲ ਬਹੁਤ ਸਾਰੇ ਪਹਿਲੂ ਜੁੜੇ ਨੇ। ਔਰ ਨਿਸ਼ਚਿਤ ਤੌਰ ਤੇ ਸਮਾਜ ਨੂੰ ਦੋ ਕੰਮ ਕਰਨੇ ਪੈਣਗੇ। ਇੱਕ ਤਾਂ ਕਰਨਾ ਪਏਗਾ ਇਹ ਪੱਖ ਕਿ ਜਿਹੜਾ ਉਹ ਨਸ਼ੇ ਜਿਹੜੇ ਲੋਕਾਂ ਨੂੰ ਨਸ਼ੇ ਦੇ ਆਦੀ ਕਰ ਰਹੇ ਉਹਨਾਂ ਨੂੰ ਰੋਕਣ। ਉਹ ਚਾਹੇ ਸਮਗਲਰ ਨੇ, ਉਹ ਚਾਹੇ ਪੁਲਿਸ ਦੇ ਲੋਕ ਨੇ, ਉਹ ਚਾਹੇ ਸਮਾਜ ਦੇ ਕੋਈ ਭਟਕੇ ਹੋਏ ਜਾਂ ਵਿਗੜੇ ਹੋਏ ਲੋਕ ਨੇ, ਜਾਂ ਸਰਕਾਰ ਆ ਜਿਹੜੀ ਦਾਅਵਾ ਕਰਦੀ। ਅਗਲੀ ਵਾਰੀ ਜਿਹੜੀ ਚੋਣ ਆਉਣੀ ਉਹ 'ਚ ਸਵਾਲ ਕੀਤਾ ਜਾਣਾ ਚਾਹੀਦਾ ਜੀ ਤੁਸੀਂ ਤਾਂ ਕਿਹਾ ਸੀ। ਤਾਂ ਉਹ ਵਜ੍ਹਾ ਜਦੋਂ ਮੈਂ ਕਹਿੰਦਾ ਕਿ ਸ਼ਕਤੀ ਤੇ ਉਹ ਇਕੱਠੇ ਹੋ ਗਈ ਸਮਾਜ ਨੂੰ। ਦੂਸਰਾ ਪਹਿਲੂ ਇਹ ਕਰਨਾ ਪਏਗਾ ਕਿ ਜਿਹੜਾ ਨਸ਼ਾ ਕਰ ਰਹੇ ਨੇ ਉਹਨਾਂ ਤੋਂ ਨਫ਼ਰਤ ਨਹੀਂ ਕਰਨੀ ਪਏਗੀ। ਉਹਨਾਂ ਨੂੰ ਹੌਲੀ ਹੌਲੀ ਸਮਝਾ ਕੇ ਨਸ਼ੇ ਤੋਂ ਹਟਾਉਣ ਦੇ ਵੀ ਐਸੇ ਅਭਿਆਨ ਚਲਾਉਣੇ ਪੈਣਗੇ ਕਿ ਉਹਨਾਂ ਦਾ ਨਸ਼ਾ ਕਿੱਦਾਂ ਹਟਾਇਆ ਜਾਵੇ। ਕਿਉਂਕਿ ਅੱਜ ਨਸ਼ੇ ਹਟਾਉਣ ਦੀ ਆੜ ਦੇ ਵਿੱਚ ਜਿਹੜੇ ਨਸ਼ਾ ਰੋਕੂ ਜਾਂ ਨਸ਼ਾ ਛੁਡਾਊ ਕੇਂਦਰ ਬਣ ਰਹੇ ਆ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਵੀ ਉੱਥੇ ਵੀ ਨਸ਼ੇ ਵਿਕ ਜਾਂਦੇ ਆ। ਸੋ ਇਸ ਕਰਕੇ ਇਹ ਐਡੀ ਵੱਡੀ ਸਮੱਸਿਆ ਹੋ ਗਈ ਹੈ ਕਿ ਇਹਦੇ ਉੱਤੇ ਜਦੋਂ ਸਾਰੇ ਪੱਖ ਇਕੱਠੇ ਹੋ ਕੇ ਸਮਾਜ, ਸਰਕਾਰ, ਪ੍ਰਸ਼ਾਸਨ ਜਦੋਂ ਇਹ ਸਮਝੇਗਾ ਕਿ ਹਾਂ ਇਹ ਮੇਰੇ ਘਰ ਦੀ ਪ੍ਰੋਬਲਮ ਹੈ, ਤਾਂ ਫਿਰ ਨਿਸ਼ਚਿਤ ਤੌਰ ਤੇ ਹੋਏਗਾ। ਔਰ ਇਹ ਪਹਿਲ ਜਿਹੜੀ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਆ ਗਈਆਂ। ਕਿਸਾਨ ਜਥੇਬੰਦੀਆਂ ਨੇ ਪੂਰਾ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਕਿਹਾ ਸੀ ਰੈਲੀ ਕੱਢਾਂਗੇ, ਉਹਨਾਂ ਨੇ ਪੂਰੇ ਮਾਲਵੇ 'ਚ ਮਾਰਚ ਕੱਢਣਾ ਸ਼ੁਰੂ ਕਰ ਦਿੱਤਾ, ਜਾਗਰਤੀ ਆਣੀ ਸ਼ੁਰੂ ਕਰ ਦਿੱਤੀ। ਔਰ ਨਾਲ ਹੀ ਨਾਲ ਇਹਦੇ ਉੱਤੇ ਇਹ ਜ਼ਰੂਰ ਹੋਣਾ ਚਾਹੀਦਾ ਹੈ, ਇਹ ਵੀ ਇੱਕ ਚੀਜ਼ ਹੈ ਕਿ ਸਾਡੇ ਕੀ ਹੁੰਦਾ ਕਿ ਸਾਡੇ ਜਦੋਂ ਕੋਈ ਮੂਵਮੈਂਟ ਖੜੀ ਹੁੰਦੀ ਹੈ ਸਿੱਧੇ ਤੌਰ ਤੇ ਕਿਤੇ ਕਿ ਸਿਆਸੀਕਰਨ ਹੈ ਜੀ, ਇਹ ਰਾਜਨੀਤੀ ਹੁਣ ਸਰਕਾਰ ਪਲਟਣੀ ਇਸ ਕਰਕੇ ਕਰ ਰਿਹਾ। ਇਹਦਾ ਮਕਸਦ ਸਰਕਾਰ ਪਲਟਣਾ ਨਹੀਂ ਹੋਣਾ ਚਾਹੀਦਾ, ਇਹਦਾ ਮਕਸਦ ਸਮਾਜ ਸੁਧਾਰਨਾ ਹੋਣਾ ਚਾਹੀਦਾ। ਕਿਸਾਨ ਜਥੇਬੰਦੀਆਂ ਨੇ ਵੀ ਹੁਣ ਕਿਤੇ ਨਾ ਕਿਤੇ ਨਸ਼ੇ ਦੇ ਖਾਤਮੇ ਲਈ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਤਾਂ ਕੀ ਕਹਿੰਦੇ ਇਸ ਨੂੰ ਕਿੱਦਾਂ ਦੇਖਦੇ ਹੋ ਕਿ ਇਸ ਨੂੰ ਕਿੱਦਾਂ ਮਿਲੇਗਾ, ਪੰਜਾਬ ਨੂੰ ਕਿੱਦਾਂ ਮਿਲ ਸਕਦਾ ਜਿਹੜਾ ਫਾਇਦਾ? ਕਿਸਾਨ ਹੈ, ਕਿਸਾਨ ਸਾਡੇ ਸਮਾਜ ਦਾ ਖਾਸ ਤੌਰ ਤੇ, ਵੈਸੇ ਤਾਂ ਪੂਰੇ ਦੇਸ਼ ਦੀ ਗੱਲ ਕਰ ਲਈਏ ਤੇ ਸਮਾਜ ਜਿਹੜਾ ਕਿਸਾਨ ਹੈ ਉਹ ਵੱਡੀ ਤਾਦਾਦ, ਕਿਉਂਕਿ ਇਹ ਦੇਸ਼ ਕ੍ਰਿਸ਼ੀ ਬੇਸਡ ਹੈ, ਖੇਤੀ ਬੇਸਡ ਹੈ, ਐਗਰੀਕਲਚਰ ਇਕਨੋਮੀ ਹੈ ਸਾਡੀ ਪੂਰੇ ਦੇਸ਼ ਦੀ ਹੈਗੀ ਹੈ। ਤਾਂ ਉਹਨਾਂ ਦੀ ਸੰਖਿਆ ਵੀ ਨਿਸ਼ਚਿਤ ਤੌਰ ਤੇ ਬਹੁਤ ਵੱਡੀ ਹੈ। ਜਿਹੜੀ ਗਿਣਤੀ ਹੈ ਕਿਸਾਨਾਂ ਦੀ ਉਹ ਟਰੇਡਰਸ ਨਾਲੋਂ, ਇੰਡਸਟਰੀਸਟ ਨਾਲੋਂ ਬਹੁਤ ਵੱਡੀ ਹੈ। ਔਰ ਉਹ ਤਾਂ ਅੰਨਦਾਤੇ ਨੇ। ਔਰ ਅੰਨਦਾਤੇ ਦੇ ਘਰ ਦੇ ਵਿੱਚ ਜਦੋਂ ਉਹਦਾ ਬੱਚਾ ਮਰ ਰਿਹਾ ਨਾ ਜੀ, ਉਹਦਾ ਮਜ਼ਦੂਰ ਜਿਹੜਾ ਨਸ਼ਾ ਕਰਕੇ ਮਰ ਰਿਹਾ, ਜਿਹੜਾ ਉਹਦੇ ਨਾਲ ਕੰਮ ਕਰਦਾ, ਉਹਦਾ ਜਿਹੜਾ ਉਹਦੇ ਨਾਲ ਖੇਤਾਂ 'ਚ ਕੰਮ ਕਰਦਾ ਸੀ, ਜਿਹਨੂੰ ਕਾਮਗਰ ਕਹਿ ਲਓ ਜਾਂ ਖੇਤੀ ਮਜ਼ਦੂਰ ਕਹਿ ਲਓ ਜਾਂ ਉਹਦਾ ਸਹਿਯੋਗੀ ਕਹਿ ਲਓ, ਉਹਦਾ ਕੋਈ ਰਿਸ਼ਤੇਦਾਰ, ਭਾਈ ਬੰਧੂ, ਭੈਣ ਭਰਾ ਕਹਿ ਲਓ। ਹੁਣ ਤਾਂ ਲੇਡੀਜ਼ ਵੀ, ਸਾਡੀਆਂ ਜਿਹੜੀਆਂ ਭੈਣਾਂ ਨੂੰ ਵੀ ਇੱਦਾਂ ਦੀਆਂ ਪ੍ਰੋਬਲਮ ਆ ਰਹੀਆਂ। ਤਾਂ ਕਿਸਾਨਾਂ ਦਾ ਜਾਗਰਤ ਹੋਣਾ, ਕਿਉਂਕਿ ਕਿਸਾਨ ਨੂੰ ਸਿੱਧਾ ਦਰਦ ਪੈ ਰਿਹਾ ਹੈ। ਕਿਸਾਨ ਨੂੰ ਦੇਖੋ ਨਾ, ਜਦੋਂ ਪਿੱਛੇ ਆਏ ਤੁਹਾਡੇ ਕਾਨੂੰਨ ਬਦਲੇ ਗਏ ਤਾਂ ਉਹ ਕਿਸਾਨ ਨੂੰ ਹਿੱਟ ਕਰਦੇ ਸੀ ਸਿੱਧੇ ਤੌਰ ਤੇ। ਔਰ ਕਿਸਾਨਾਂ ਨੇ ਇੱਕ ਹਿਸਟੋਰਿਕ ਜਿਹੜੀ ਹੈ ਉਹ ਅੰਦੋਲਨ ਖੜਾ ਕੀਤਾ ਔਰ ਅਲਟੀਮੇਟਲੀ ਸਰਕਾਰ ਨੂੰ ਝੁਕਣਾ ਪਿਆ, ਰਸਤੇ ਕੱਢਣੇ ਪਏ। ਔਰ ਹੁਣ ਤਾਂ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਬੀਜ ਦੇਣ ਲਈ ਵੀ ਦੇ ਰਹੇ ਹਾਂ, ਕਿਸਾਨਾਂ ਦੀ ਹੋਰ ਬੜੀਆਂ ਕੱਢ ਰਹੇ। ਸੋ ਇਹ ਕਿਸਾਨ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਆ, ਔਰ ਕਿਸਾਨ ਜਿਹੜਾ ਉਹਨੂੰ ਇਹ ਦਰਦ ਜ਼ਿਆਦਾ ਜਾਗਿਆ, ਉਹਦੇ ਘਰ 'ਚ ਹੋ ਰਿਹਾ। ਇਸ ਕਰਕੇ ਉਹਨੇ ਇਹ ਪਹਿਲ ਕੀਤੀ ਹੈ ਕਿ ਸਰਕਾਰਾਂ ਦੇ ਵੱਸ ਦੀ ਰੋਕ ਨਹੀਂ ਹੈਗੀ। ਔਰ ਮੈਨੂੰ ਜਿਹੜੀ ਆਮ ਖਬਰਾਂ ਵੀ ਆ ਰਹੀਆਂ, ਜਿਹੜੀਆਂ ਸਾਨੂੰ ਵੀ ਜਦੋਂ ਅਸੀਂ ਸਮਾਜ 'ਚ ਜਾਂਦੇ ਜਾਣਕਾਰੀ ਮਿਲਦੀ ਹੈ, ਤੇ ਜਿਹੜੀ ਇਹ ਪਿੰਡਾਂ ਨੇ ਫੈਸਲੇ ਲਏ ਆ ਨਾ, ਜਿਹੜੀਆਂ ਪਿੰਡਾਂ ਦੀਆਂ ਜਮਾਤਾਂ ਨੇ ਲਏ ਜਾਂ ਕੋਈ ਕਮੇਟੀਜ਼ ਐਸੀਆਂ ਬਣੀਆਂ ਜਿਨ੍ਹਾਂ ਨੇ ਕਮੇਟੀਆਂ ਬਣਾ ਕੇ ਕੰਮ ਸ਼ੁਰੂ ਕਰ। ਸਾਡੇ ਪਤਾ ਤੁਹਾਨੂੰ ਠੀਕਰੀ ਪਹਿਰਾ ਲੱਗਦਾ ਹੁੰਦਾ ਜਦੋਂ ਕਾਲੇ ਕੱਛੇ ਵਾਲਿਆਂ ਦੇ ਪਿੰਡਾਂ ਨੇ ਬਚਾਇਆ, ਪੁਲਿਸ ਨੇ ਥੋੜ੍ਹਾ ਬਚਾਇਆ, ਸਰਕਾਰ ਨੇ ਥੋੜ੍ਹਾ ਬਚਾਇਆ। ਤਾਂ ਉਹ ਲੋਕਾਂ ਦਾ ਕਹਿਣਾ ਕਿ ਸਾਨੂੰ ਇਹ ਪ੍ਰੇਰਣਾ ਹੀ ਜਿਹੜੀ ਹੈਗੀ ਹੈ, ਜਿਹੜੀ ਸਾਨੂੰ ਇਹ ਇੱਕ ਤਰ੍ਹਾਂ ਲੱਗਾ ਕਿ ਇਹ ਸਾਡੇ ਅੰਦਰ ਜਜ਼ਬਾ ਆਇਆ ਕਿ ਕਿੱਦਾਂ ਰੋਕਿਆ ਜਾ ਸਕਦਾ, ਸਰਕਾਰ ਦੇ ਹੱਥੋਂ ਨਿਕਲ ਗਿਆ। ਤਾਂ ਉਹ ਕਹਿੰਦੇ ਸਾਨੂੰ ਲੱਗਾ ਕਿ ਜੇ ਕਿਸਾਨਾਂ ਨੇ ਐਡੀ ਵੱਡੀ ਮੂਵਮੈਂਟ ਚਲਾ ਕੇ ਜਿਹੜਾ ਉਹ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਤਾ ਕਿ ਇਹ ਕਾਲੇ ਕਾਨੂੰਨ ਨਹੀਂ ਲਾਗੂ ਹੋਣਗੇ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਸਾਨਾਂ ਕੋਲੋਂ ਪ੍ਰੇਰਨਾ ਮਿਲੀ ਹੈ। ਤਾਂ ਜਦੋਂ ਹੁਣ ਕਿਸਾਨ ਹਾਲੇ ਕਿ ਸਮਾਜ ਦਾ ਹੀ, ਸਾਡੇ ਸਮਾਜ ਦਾ ਵੱਡਾ ਅੰਗ ਹੈ, ਜਦੋਂ ਇਹ ਸਾਰਾ ਸਮਾਜ ਇਸ ਗੱਲ ਦੇ ਉੱਤੇ ਆ ਕੇ ਲੱਗਾ, ਤਾਂ ਮੈਨੂੰ ਲੱਗਦਾ ਕਿ ਸਰਕਾਰ ਦੇ ਜਿਹੜੇ ਦਾਅਵੇ ਹੈ, ਅਸੀਂ ਸਰਕਾਰ ਦਾ ਕ੍ਰਿਟਿਸਿਜ਼ਮ ਨਹੀਂ ਕਰਦੇ, ਸਰਕਾਰ ਦੇ ਜਿਹੜੇ ਦਾਅਵੇ ਹੈ, ਸਰਕਾਰ ਨੂੰ ਸਗੋਂ ਇਸ ਗੱਲ ਦਾ ਲਾਭ ਲੈਣਾ ਚਾਹੀਦਾ ਹੈ ਕਿ ਸਮਾਜ ਨਾਲ ਆਣ ਖੜਾ ਹੋਇਆ। ਹੁਣ ਉਹਨਾਂ ਦੀ ਜਿਹੜੀ ਉਹ ਵੱਡੀ ਸਮੱਸਿਆ ਸੀ ਕਿ ਪਤਾ ਨਹੀਂ ਲੱਗਦਾ, ਉਹ ਮੁੱਕ ਗਈ ਹੈ।
ਤਾਂ ਹੁਣ ਹੋਣਾ ਇਹ ਚਾਹੀਦਾ ਕਿ ਸਮਾਜ ਜਿਹੜਾ ਸਮਾਜ ਨੂੰ ਵੀ ਇਹ ਚਾਹੀਦਾ ਕਿ ਕਿਸੇ ਨਾਲ, ਕਿਉਂਕਿ ਸਾਡੇ ਸਮਾਜ 'ਚ ਇਹ ਵੀ ਹੋ ਜਾਂਦਾ ਕਈ ਵਾਰੀ ਲਾਗ ਲਪਟਣ ਨਾਲ ਵੀ ਬੰਦੇ ਫੜ ਦੇਈ ਜਾਂਦੇ ਆ, ਤਾਂ ਸਮਾਜ ਨੂੰ ਵੀ ਇਹ ਚਾਹੀਦਾ ਕਿ ਬੜੇ ਸਾਫ਼ ਸੁਥਰੇ ਤਰੀਕੇ ਨਾਲ, ਟਰਾਂਸਪੇਰੈਂਟ ਤਰੀਕੇ ਨਾਲ ਜਿਹੜਾ ਗਲਤ ਵਿਅਕਤੀ ਹੈ ਉਹਨੂੰ ਫੜ ਕੇ ਪੁਲਿਸ 'ਚ ਦੇਣ। ਔਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਜਿਹੜੀਆਂ ਜਥੇਬੰਦੀਆਂ ਬਣੀਆਂ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਕਰਨ ਔਰ ਉਹਦੇ ਨਾਲ ਪ੍ਰਸ਼ਾਸਨ ਨਾਲ ਬੈਠਣ, ਡਿਪਟੀ ਕਮਿਸ਼ਨਰ ਬੈਠਣ, ਪੁਲਿਸ ਦੇ ਵੱਡੇ ਅਫਸਰ ਬੈਠਣ ਕਿ ਇਹਨਾਂ ਜਿਸ ਵੇਲੇ ਲੋਕ ਕਿਸੇ ਨੂੰ ਲੈ ਕੇ ਆਉਂਦੇ ਫੌਰੀ ਤੌਰ 'ਤੇ ਉਹਦੀ ਸਾਰੀ ਜਿਹੜੀ ਹੈ ਜਾਂਚ ਪੜਤਾਲ ਕਰਕੇ ਉੱਤੇ ਜੋ ਲੋੜੀਂਦਾ ਹੈਗਾ ਔਰ ਨਜਾਇਜ਼ ਕੁਛ ਨਾ ਹੋਵੇ। ਔਰ ਨਾਲ ਹੀ ਨਾਲ ਇਹ ਜ਼ਰੂਰ ਹੋਣਾ ਚਾਹੀਦਾ ਵੀ ਕਿਸੇ ਵੀ ਪੋਲੀਟੀਕਲ ਬੰਦੇ ਦੀ ਕੋਈ ਵੀ ਸਿਫਾਰਿਸ਼ ਨਸ਼ਾ ਵੇਚਣ ਵਾਲਾ ਜਿਹੜਾ ਬੰਦਾ ਹੈ, ਜਿਹੜਾ ਨਸ਼ਾ ਲਿਆ ਕੇ ਵੇਚਦਾ, ਕਿਉਂਕਿ ਉਹ ਸਭ ਤੋਂ ਵੱਡਾ ਦੋਸ਼ੀ ਹੈ। ਔਰ ਦੂਸਰੇ ਪਾਸੇ ਸਮਾਜ ਨੂੰ ਨਸ਼ਾ ਘਟਾਉਣ ਲਈ ਵੀ ਉਪਰਾਲੇ ਕਰਨੇ ਪੈਣਗੇ। ਉਹ ਕਿੱਦਾਂ ਹੋ ਸਕਦਾ ਨਸ਼ੇ ਦਾ ਬਦਲ ਕਰਕੇ, ਹੋ ਸਕਦਾ ਕਿ ਹੌਲੀ ਹੌਲੀ ਉਹ ਬੰਦਾ ਬਦਲੇ, ਨਸ਼ੇ ਨੂੰ ਇਸ ਘਾਤਕ ਨਸ਼ੇ ਨੂੰ ਛੱਡੇ। ਤਾਂ ਉਹਦੇ ਨਾਲ ਕੀ ਹੋਏਗਾ ਕਿ ਫਿਰ ਜਿਹੜਾ ਇਹ ਅਸੀਂ ਅਲਟੀਮੇਟਲੀ ਇਹਦੇ ਉੱਤੇ ਜਿਹੜਾ ਉਹ ਕੰਟਰੋਲ ਕਰ ਲਵਾਂਗੇ। ਔਰ ਇਹ ਅੱਛੀ ਗੱਲ ਹੈ ਕਿ ਤੁਸੀਂ ਕਿਹਾ ਕਿ ਕਿਸਾਨਾਂ ਦੇ ਆਉਣ ਨਾਲ ਕੀ ਹੋਗੀ। ਮੈਨੂੰ ਤਾਂ ਵਿਸ਼ਵਾਸ ਹੈ ਕਿ ਕਿਸਾਨ ਜਿਹੜਾ ਹੱਥ ਚੁੱਕਦੇ ਆ ਨਾ, ਜਿਹੜਾ ਕਦਮ ਚੁੱਕਦੇ ਆ, ਫਿਰ ਸਮਾਜ ਜਦੋਂ ਨਾਲ ਜਿਹੜਾ ਕਿਸਾਨ ਅੰਦੋਲਨ ਵੀ ਚੱਲਿਆ ਉਦੋਂ ਸਧਾਰਨ ਸਮਾਜ ਵੀ ਆ ਗਿਆ, ਪੰਜਾਬ ਦਾ ਇੰਡਸਟਰੀਲਿਸਟ ਵੀ ਆ ਗਿਆ, ਪੰਜਾਬ ਦਾ ਟਰੇਡਰ ਵੀ ਆ ਗਿਆ, ਸਾਰੇ ਧਰਮ ਵਰਗਾਂ ਨੂੰ ਛੱਡ ਕੇ, ਜਾਤਾਂ ਨੂੰ, ਪਾਰਟੀਆਂ ਨੂੰ ਛੱਡ ਕੇ ਸਾਰਾ ਪੰਜਾਬ ਇਕੱਠਾ ਹੋ ਕੇ ਦਿੱਲੀ ਜਾ ਬੈਠਾ ਸੀ। ਤੇ ਜੇ ਇਹੀ ਗੱਲ ਦਿੱਲੀ ਜਾਣ ਦੀ ਬਜਾਏ ਪੰਜਾਬ 'ਚ ਹੀ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਵੀ ਇਸ ਜਿਹੜੀ ਕੁਰੀਤੀ ਹੈ, ਜਿਹੜਾ ਘਾਤਕ ਨਸ਼ਾ ਹੈ, ਜਿਹੜਾ ਸਾਡੇ ਲਈ ਕੋੜ ਬਣ ਗਿਆ ਹੈਗਾ, ਇਹਨੂੰ ਅਸੀਂ ਠੀਕ ਕਰ ਲਵਾਂਗੇ। ਸਰ ਤੁਸੀਂ ਜੇ ਸੱਤਾ ਦੇ ਵਿੱਚ ਹੁੰਦੇ ਜਾਂ ਚਿੱਟੇ ਨੂੰ ਖਤਮ ਕਰਨ ਲਈ ਜੇ ਤੁਹਾਡੇ ਤੋਂ ਕੋਈ ਸਲਾਹ ਮੰਗੀ ਜਾਂਦੀ ਜਾਂ ਫਿਰ ਦੇਖੋ ਸ਼ਵੇਤਾ, ਤੁਸੀਂ ਗੱਲ ਬੜੀ ਅਜੀਬੋ ਗਰੀਬ ਕੀਤੀ ਕਿ ਜੇ ਤੁਸੀਂ ਸੱਤਾ 'ਚ ਹੁੰਦੇ। ਵੈਸੇ ਤਾਂ ਸੱਤਾ 'ਚ ਆਮ ਆਦਮੀ ਹਮੇਸ਼ਾ ਹੀ ਹੁੰਦਾ ਹੈ, ਕਿਉਂਕਿ ਅਸੀਂ ਚੁਣ ਕੇ ਭੇਜਦੇ ਹਾਂ। ਸੱਤਾ ਸਾਡੀ ਹੈ, ਜਿਹੜੀ ਸੱਤਾ ਮੇਰੀ ਵੀ ਹੈ, ਤੁਹਾਡੀ ਵੀ ਹੈ, ਕਿਉਂਕਿ ਡੈਮੋਕ੍ਰੇਸੀ ਹੈ ਨਾ। ਤਾਂ ਲੋਕਤੰਤਰ ਦੇ ਵਿੱਚ ਜਿਹੜੀ ਸੱਤਾ ਹੈ ਲੋਕਾਂ ਦੀ ਹੈ, ਤਾਂ ਲੋਕ ਸੱਤਾ ਨੇ ਇਹੀ ਕੰਮ ਕਰਨਾ ਹੈ। ਮੇਰੀ ਸਲਾਹ ਵੀ ਇਹੀ ਹੋਣੀ ਸੀ ਜਿਹੜੀ ਹੁਣ ਜਨਤਾ ਨੇ ਕੀਤੀ ਹੈ। ਜਿਹੜੀ ਲੋਕ ਸੱਤਾ ਹੁੰਦੀ ਹੈ ਲੋਕਾਂ ਦੀ ਹੁੰਦੀ ਹੈ। ਲੋਕਾਂ ਨੂੰ ਲੱਗਾ ਕਿ ਹੁਣ ਜਿਹੜੇ ਅਸੀਂ ਰਿਪਰੈਜ਼ੈਂਟੇਟਿਵ ਚੁਣ ਕੇ ਭੇਜੇ, ਤੁਸੀਂ ਦੇਖਦੇ ਨਾ ਜਿੱਦਾਂ ਅਸੀਂ ਕਦੀ ਕਹਿੰਦੇ ਮੁੱਖ ਮੰਤਰੀ ਹੈ ਜੀ, ਮੁੱਖ ਮੰਤਰੀ ਦਾ ਮਤਲਬ ਕਿ ਅਸੀਂ ਕਿੰਗ ਹਾਂ, ਅਸੀਂ ਜਨਤਾ ਜਿਹੜੀ ਹੈ ਉਹ ਰਾਜਾ ਹੈ ਔਰ ਉਹ ਸਾਡੇ ਮੰਤਰੀ ਨੇ, ਕੋਈ ਮੁੱਖ ਮੰਤਰੀ ਹੈ, ਕੋਈ ਪ੍ਰਧਾਨ ਮੰਤਰੀ ਹੈ, ਕੋਈ ਹੋਰ ਮੰਤਰੀ ਹੈ, ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਹੈ। ਤਾਂ ਜਿਸ ਵੇਲੇ ਮੇਰੀ ਵੀ ਸਲਾਹ ਕਿ ਮਤਲਬ ਸਾਡੀ ਸੱਤਾ ਜਿਹੜੀ ਜਦੋਂ ਸਾਡਾ ਰਾਜ ਹੈ, ਤਾਂ ਫਿਰ ਰਾਜ ਨੂੰ ਲੱਗਾ ਕਿ ਸਾਡੇ ਲੋਕ ਜਿਹੜੇ ਅਸੀਂ ਜ਼ਿੰਮੇਵਾਰ ਲਾਏ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ, ਕੁਝ ਨਹੀਂ ਕਰ ਪਾ ਰਹੇ। ਤੇ ਅਸੀਂ ਫਿਰ ਜਿਹੜਾ ਉਹ ਸਾਹਮਣੇ ਨਿੱਤਰ ਕੇ ਆ ਗਏ ਕਿ ਹੁਣ ਅਸੀਂ ਤੁਹਾਨੂੰ ਦੱਸ ਦਿਆਂਗੇ, ਕਿਉਂਕਿ ਵਿਚਰ ਤਾਂ ਸਾਡੇ ਸਮਾਜ 'ਚ ਹੀ ਰਿਹਾ ਨਾ। ਤੇ ਜਿਹੜੀਆਂ ਗੱਲਾਂ ਅਸੀਂ ਕੀਤੀਆਂ, ਮੈਨੂੰ ਲੱਗਦਾ ਵੀ ਮੇਰੀ ਵੀ ਸਲਾਹ ਇਹ ਹੁੰਦੀ ਕਿ ਸਾਰਾ ਸਮਾਜ ਜਿਹੜਾ ਇਹਨੂੰ ਇਸ ਤਰੀਕੇ ਨਾਲ ਇਕੱਠਾ ਹੋ ਕੇ ਕਰੇ ਕਿ ਜਿਹੜੇ ਲੋਕ ਅਗਰ ਅੱਜ ਨਸ਼ਾ ਲੈ ਕੇ ਇੱਕਦਮ ਮਰ ਰਿਹਾ, ਕਿਉਂਕਿ ਤੁਸੀਂ ਅਗਰ ਚਾਈਨਾ ਦਾ ਸੁਣੋਗੇ ਨਾ, ਚਾਈਨਾ 'ਚ ਕਿਸੇ ਸਮੇਂ ਬਹੁਤ ਜ਼ਿਆਦਾ ਅਫੀਮ ਦੀ ਖੇਤੀ ਹੁੰਦੀ ਸੀ, ਅਫੀਮੀ ਸਾਰਾ ਕਹਿੰਦੇ ਚੀਨ ਅਫੀਮ 'ਚ ਹੀ ਹੋ ਗਿਆ। ਤਾਂ ਉੱਥੇ ਮਾਓ ਤਸੇ ਤੁੰਗ ਨਾਂ ਦਾ ਇੱਕ ਜਿਹੜਾ ਉੱਥੇ ਦਾ ਜਿਹੜਾ ਲੀਡਰ ਆਇਆ, ਤਾਂ ਕਹਿੰਦੇ ਕਿ ਉਹਨੇ ਕਲਮ ਦੀ ਇੱਕ ਸਟਰੋਕ ਦੇ ਨਾਲ ਜਿਹੜਾ ਉੱਥੇ ਚੀਨ ਨੂੰ ਨਸ਼ਾ ਮੁਕਤ ਕਰ ਦਿੱਤਾ, ਅਫੀਮ ਮੁਕਤ ਕਰ ਦਿੱਤਾ। ਪਰ ਉਹਦੇ ਨਾਲ ਇੱਕ ਹੋਰ ਗੱਲ ਜਿਹੜੀ ਉਹਨੂੰ ਮਾਓ ਤਸੇ ਤੁੰਗ ਨੂੰ ਕਿਸੇ ਨੇ ਕਿਹਾ ਜੀ ਕਿ ਇਹ ਤਾਂ ਤੁਸੀਂ ਐਡਾ ਵੱਡਾ ਫੈਸਲਾ ਕਰਦਾ, ਇਹਦੇ ਨਾਲ ਤਾਂ ਬਹੁਤ ਸਾਰੇ ਲੋਕ ਮਰ ਜਾਣੇ ਆ। ਤਾਂ ਉਹਨੇ ਕਿਹਾ ਇੱਕ ਜਨਰੇਸ਼ਨ ਜਿਹੜੀ ਹੈ ਮਰ ਜੇ ਕੋਈ ਗੱਲ ਨਹੀਂ, ਅਗਲੀ ਜਨਰੇਸ਼ਨ ਠੀਕ ਹੋ ਜੂਗੀ। ਪਰ ਸਾਡੀ ਸੰਸਕ੍ਰਿਤੀ ਉੱਥੇ ਨਹੀਂ ਹੈਗੀ। ਮੈਨੂੰ ਲੱਗਦਾ ਕਿ ਸਾਨੂੰ ਸਮਾਜ ਨੂੰ ਇਹ ਕਰਨਾ ਪਏਗਾ ਕਿ ਜਿੱਦਾਂ ਕੋ ਅਸੀਂ ਨਸ਼ਾ ਛੁਡਾਉਣਾ ਵੀ ਹੈ, ਉਹਨਾਂ ਨੂੰ ਛੁਡਾਉਣ ਦੇ ਤਰੀਕੇ ਵੀ ਐਸੇ ਲੱਭਣੇ ਪੈਣਗੇ ਕਿ ਉਹਨਾਂ ਨੂੰ ਅਸੀਂ ਜੀਵਨ ਦੇਣਾ ਹੈ, ਉਹਨਾਂ ਨੂੰ ਮਾਰਨਾ ਨਹੀਂ ਹੈਗਾ। ਇਸੇ ਤਰ੍ਹਾਂ ਜਿਹੜੇ ਸਖਤੀ ਉਹਨਾਂ ਦੇ ਉੱਤੇ ਹੋਣੀ ਚਾਹੀਦੀ ਹੈ ਜੇਲ੍ਹਾਂ ਦੇ ਵਿੱਚ, ਦੂਸਰੀ ਜਗ੍ਹਾ ਜਿੱਥੇ ਸਾਰਾ ਕੁਝ ਚੱਲ ਰਿਹਾ, ਪੋਲੀਟੀਕਲ ਲੋਕ ਜਿਹੜੇ ਪੈਟਰਨਾਈਜ਼ ਕਰ ਰਹੇ। ਮੈਨੂੰ ਤਾਂ ਲੱਗਦਾ ਕਿ ਅਗਰ ਇਹ ਸਾਬਤ ਹੋ ਜਾਂਦਾ ਸਮਾਜ ਨੂੰ, ਅਗਰ ਇਹ ਲੱਗਦਾ ਅਸੀਂ ਘੇਰਾਬੰਦੀ ਕਰਦੇ ਹਾਂ ਜੀ ਵੀ ਮੈਨੂੰ ਆ ਨੌਕਰੀ ਨਹੀਂ ਮਿਲੀ, ਅਸੀਂ ਟੈਂਕੀ ਤੇ ਚੜ੍ਹ ਜਾਂਦੇ ਹਾਂ, ਸਾਡੀਆਂ ਨੌਕਰੀਆਂ ਪੱਕੀਆਂ ਨਹੀਂ ਹੋਈਆਂ, ਤਾਂ ਅਸੀਂ ਘਰਾਵ ਕਰਦੇ ਹਾਂ ਨਾ, ਮੰਤਰੀਆਂ ਦਾ ਲੰਘਣ ਨਹੀਂ ਲੱਗਦੇ। ਤਾਂ ਸਾਨੂੰ ਫਿਰ ਇਸ ਗੱਲ ਤੇ ਆ ਜਾਣਾ ਚਾਹੀਦਾ ਕਿ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਨੂੰ ਫਿਰ ਅਸੀਂ ਸੜਕਾਂ ਤੋਂ ਲੰਘਣ ਨਹੀਂ ਦਿਆਂਗੇ ਜੇ ਉਹ ਸਾਰਾ ਜਿਹੜਾ ਸਮਾਜ ਦੀ ਦਿੱਤੀ ਇਨਫੋਰਮੇਸ਼ਨ ਤੇ ਜਿਹੜੇ ਲੋਕ ਕੰਮ ਕਰ ਰਹੇ ਦਿਸਦੇ ਆ। ਔਰ ਸਰਕਾਰ ਨੂੰ ਅਗਰ ਨਹੀਂ ਦੱਸਦੇ ਤਾਂ ਫਿਰ ਸਮਾਜ ਨੂੰ ਤਾਂ ਰੋਜ਼ ਦੱਸਦੇ, ਸਮਾਜ ਦੱਸਦਾ। ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਇਹ ਸਿਰਫ ਸੱਤਾ ਦੀ ਗੱਲ ਤਾਂ ਸਾਡੀ ਤਾਂ ਸੱਤਾ ਹੈ ਹੀ ਹੈ। ਤੁਸੀਂ ਜੇ ਸੱਤਾ ਮੇਰੇ ਕੋਲ ਆਉਣ ਦੀ ਗੱਲ ਕੀਤੀ, ਮੈਂ ਤਾਂ ਕਹਿੰਦਾ ਮੈਂ ਸੱਤਾ 'ਚ ਹੀ ਹਾਂ, ਕਿਉਂਕਿ ਮੈਂ ਸੱਤਾ 'ਚ ਹੋਣ ਕਰਕੇ ਲੋਕ ਆਪਣੇ ਰਿਪਰੈਜ਼ੈਂਟੇਟਿਵ ਚੁਣ ਕੇ ਭੇਜਦਾ। ਤਾਂ ਮੈਨੂੰ ਲੱਗਦਾ ਕਿ ਇਹ ਸਟੀਕ ਉਪਾਅ ਹੈ, ਕਿਉਂਕਿ ਸਰਕਾਰ ਨੂੰ ਬਹੁਤ ਸਮੇਂ ਦਿੱਤਾ ਹੈ। ਔਰ ਵੈਸੇ ਕਈ ਵਾਰੀ ਹੁੰਦਾ ਕਿ ਬਹੁਤ ਸਾਰੀਆਂ ਵੱਡੀਆਂ ਐਸੀਆਂ ਪ੍ਰੋਬਲਮਸ ਆਉਂਦੀਆਂ ਜਿਹਦੇ 'ਚ ਸਰਕਾਰ ਨੂੰ ਸਮਾਜ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਪਰ ਉਹ ਸਹਿਯੋਗ ਤਾਂ ਹੀ ਜਿਹੜਾ ਹੈ ਉਹ ਲਏਬੰਦ ਹੁੰਦਾ ਹੈ ਜੇ ਸਰਕਾਰ ਦਾ ਸਮੁੱਚਾ ਤੰਤਰ ਜਿਹੜਾ ਉਸ ਸਹਿਯੋਗ ਦੇ ਉੱਤੇ ਚੱਲਦੇ ਹੋਏ ਉਹਦੇ ਅੱਛੇ ਰਿਜ਼ਲਟ ਸਮਾਜ ਨੂੰ ਦਿੰਦਾ, ਤੇ ਫਿਰ ਸੋਹਣਾ ਸਮਾਜ ਵੀ ਬਣਦਾ, ਤੇ ਫਿਰ ਤਰੱਕੀ ਵੀ ਕਰਦੇ ਆ, ਤੇ ਇਕਨੋਮੀ ਪੱਖੋਂ ਵੀ ਤਕੜੇ ਹੁੰਦੇ। ਸਾਡੀ ਅਗਰ ਸਾਡੀ ਜਵਾਨੀ, ਜਿਹੜੀ ਪੰਜਾਬ ਦੀ ਜਵਾਨੀ ਦਾ ਨਾਂ ਸੀ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਾ ਕੇ ਇੱਕ ਖੜਾ ਕਰਦੇ ਸੀ। ਅੱਜ ਵੀ ਜੇ ਅਸੀਂ ਉੱਥੇ ਆ ਜਾਂਦੇ ਹਾਂ ਤਾਂ ਪੰਜਾਬ ਫਿਰ ਵੈਸਾ ਹਰਾ ਭਰਾ ਜਵਾਨ ਹੈ, ਤਾਕਤਵਰ ਹੈ। ਸਾਨੂੰ ਇਹ ਆਸ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਮੂਵਮੈਂਟ ਸਮਾਜ ਨੇ ਸ਼ੁਰੂ ਕੀਤੀ ਹੈ, ਇੱਕ ਸੁਦ੍ਰਿੜ ਤਾਕਤਵਰ ਜਿਹੜਾ ਪੰਜਾਬ ਹੈ ਉਹ ਦੁਬਾਰਾ ਤੋਂ ਖੜੇ ਕਰੇਗਾ। ਧੰਨਵਾਦ ਸਰ, ਪਹਿਲਾਂ ਤਾਂ ਬਹੁਤ ਮਿਹਰਬਾਨੀ ਇਸ ਖਾਸ ਮੁੱਦੇ ਤੇ ਆਪਣੇ ਬੇਸ਼ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ, ਸਾਨੂੰ ਸਾਡੀ ਈਮੇਲ socialmedia@starcanadatv.com ਤੇ ਲਿਖ ਕੇ ਭੇਜ ਸਕਦੇ ਹੋ।
ਹੋਰ ਤਾਜ਼ਾ ਅਤੇ ਰੋਚਕ ਜਾਣਕਾਰੀਆਂ ਲਈ ਦੇਖਦੇ ਰਹੋ ਸਟਾਰ ਕੈਨੇਡਾ ਟੀਵੀ। ਵਤਨੋਂ ਦੂਰ ਦਿਲ ਦੇ ਨੇੜੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਰੱਬ ਰਾਖਾ।